ਨਿਬੜਾਂਗੇ ਸਮਾਂ ਨਿਬੜਾਂਗੇ ਫੌਜੀਆਂ ਨੂੰ ਕੀ ਗਿਆ ਬਾਬੇ ਇੱਧਰ ਆ ਜਾਓ। ਬਟਾਲਾ ਦੇ ਵਿੱਚ ਉਸ ਸਮੇਂ ਨਵਾਂ ਵਿਵਾਦ ਸ਼ੁਰੂ ਹੋ ਗਿਆ ਜਦੋਂ ਦੋ ਧਾਰਮਿਕ ਸੰਪਰਦਾਵਾਂ ਦੇ ਮੁਖੀ ਆਪਸ ਦੇ ਵਿੱਚ ਗੁੱਥਮ-ਗੁੱਥੀ ਹੋ ਗਏ। ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਵਿਚਕਾਰ ਤਕਰਾਰਬਾਜ਼ੀ ਇਸ ਕਦਰ ਵੱਧ ਗਈ ਤੇ ਉਸ ਤਕਰਾਰਬਾਜ਼ੀ ਨੇ ਲੜਾਈ ਦਾ ਰੂਪ ਧਾਰਨ ਕਰ ਲਿਆ ਤੇ ਦੋਵਾਂ ਦੇ ਵੱਲੋਂ ਇੱਕ ਦੂਜੇ ਤੇ ਕੁਰਸੀਆਂ ਵਰਾਈਆਂ ਗਈਆਂ, ਜਿਸ ਦੀ ਵੀਡੀਓ ਬਣ ਗਈ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ। ਬਾਬੇ ਇੱਧਰ ਆ ਜਾਓ। ਬਾਬੇ ਚੁੱਪ ਕਰ ਜਾਓ। ਬਾਬੇ ਚੁੱਪ ਕਰ ਪੰਜਾਬ ਦੇ ਵਿੱਚ ਧਾਰਮਿਕ ਸੰਪਰਦਾਵਾਂ ਦੇ ਮੁਖੀਆਂ ਨੂੰ ਸੰਗਤਾਂ ਦੇ ਵੱਲੋਂ ਲਗਾਤਾਰ ਦਾਨ ਪੁੰਨ ਕੀਤਾ ਜਾਂਦਾ ਹੈ ਤਾਂ ਕਿ ਸਮਾਜ ਦੇ ਵਿੱਚ ਸੁਧਾਰ ਕੀਤਾ ਜਾ ਸਕੇ। ਪਰ ਜ਼ਰਾ ਸੋਚੋ, ਜੇਕਰ ਉਹੀ ਧਾਰਮਿਕ ਸੰਪਰਦਾਵਾਂ ਦੇ ਮੁਖੀ ਆਪਸ ਦੇ ਵਿੱਚ ਗੁੱਥਮ-ਗੁੱਥੀ ਹੁੰਦੇ ਰਹਿਣਗੇ ਜਾਂ ਫਿਰ ਸਟੇਜਾਂ ਤੇ ਚੜ੍ਹ ਕੇ ਜਿਹੜੀਆਂ ਲੋਕਾਂ ਨੂੰ ਸੁਨੇਹਾ ਦਿੰਦੇ ਨੇ ਉਹ ਆਪ ਹੀ ਉਸ ਸੁਨੇਹੇ ਤੇ ਪੂਰੇ ਨਹੀਂ ਉਤਰਦੇ, ਅਜਿਹੇ ਧਾਰਮਿਕ ਸੰਪਰਦਾਵਾਂ ਦੇ ਮੁਖੀਆਂ ਨੂੰ ਤੁਸੀਂ ਕੀ ਆਖੋਗੇ? ਇਹਨਾਂ ਗੱਲਾਂ ਦਾ ਜ਼ਿਕਰ ਅਸੀਂ ਇਸ ਕਰਕੇ ਕੀਤਾ ਕਿਉਂਕਿ ਬਟਾਲਾ ਦੇ ਵਿੱਚ ਦੋ ਨਾਮੀ ਧਾਰਮਿਕ ਸੰਪਰਦਾਵਾਂ ਦੇ ਮੁਖੀ ਆਪਸ ਦੇ ਵਿੱਚ ਭਿੜ ਗਏ। ਜੰਮ ਕੇ ਦੋਵਾਂ ਧਿਰਾਂ ਦੇ ਵਿਚਕਾਰ ਕੁਰਸੀਆਂ ਚੱਲੀਆਂ। ਝਗੜੇ ਦੀ ਇੱਕ ਵੀਡੀਓ ਵਾਇਰਲ ਹੋਈ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਮਾਮਲਾ ਪੁਲਿਸ ਕੋ ਵੀ ਪਹੁੰਚ ਜਾਂਦਾ ਹੈ। ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਤੇ ਹੁਣ ਦੋਵੇਂ ਧਿਰਾਂ ਇੱਕ ਦੂਜੇ ਦੇ ਉੱਤੇ ਗੰਭੀਰ ਇਲਜ਼ਾਮ ਲਗਾ ਰਹੀਆਂ ਨੇ। ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਵੇਖੋ, ਫਿਰ ਤੁਹਾਨੂੰ ਦੱਸਦੇ ਹਾਂ ਸਾਰਾ ਮਾਜਰਾ। ਇਹ ਮਾਮਲਾ ਬਟਾਲਾ ਦੇ ਪਿੰਡ ਮਲਕਪੁਰਾ ਦਾ ਹੈ, ਜਿੱਥੇ ਨਾਮੀ ਸੰਪਰਦਾ ਬਾਬਾ ਸੰਪੂਰਨ ਸਿੰਘ ਜੀ ਮਲਕਪੁਰ, ਜਿਨ੍ਹਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਥਾਨ ਸੁਸ਼ੋਭਿਤ ਹੈ, ਜਿੱਥੇ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾ ਵਾਲੇ ਸੰਪਰਦਾ ਦੇ ਮੁਖੀ ਬਾਬਾ ਬੁੱਧ ਸਿੰਘ ਆਪਣੇ ਬੇਟੇ ਲੋਕਦੀਪ ਸਿੰਘ ਨਾਲ ਕਿਸੇ ਮਸਲੇ ਨੂੰ ਲੈ ਕੇ ਪਹੁੰਚਦੇ ਨੇ ਤੇ ਸੰਪਰਦਾ ਬਾਬਾ ਸੰਪੂਰਨ ਸਿੰਘ ਦੇ ਮੁਖੀ ਬਾਬਾ ਸੁਖਵਿੰਦਰ ਸਿੰਘ ਤੇ ਬਾਬਾ ਸਰਵਣ ਸਿੰਘ ਦੇ ਨਾਲ ਗੱਲਬਾਤ ਦੇ ਦੌਰਾਨ ਗਰਮਾ ਗਰਮੀ ਸ਼ੁਰੂ ਹੋ ਜਾਂਦੀ ਹੈ। ਇਹ ਗਰਮਾ ਗਰਮੀ ਇਸ ਕਦਰ ਵੱਧ ਜਾਂਦੀ ਹੈ ਕਿ ਦੋਵਾਂ ਦੇ ਵਿਚਕਾਰ ਝਗੜੇ ਤੱਕ ਦੀ ਨੌਬਤ ਆ ਜਾਂਦੀ ਹੈ ਤੇ ਇੱਕ ਦੂਜੇ ਦੇ ਉੱਤੇ ਕੁਰਸੀਆਂ ਸੁੱਟੀਆਂ ਜਾਂਦੀਆਂ ਨੇ, ਜਿਸ ਦੀ ਇੱਕ ਵੀਡੀਓ ਬਣ ਜਾਂਦੀ ਹੈ ਤੇ ਵੀਡੀਓ ਖੂਬ ਵਾਇਰਲ ਹੁੰਦੀ ਹੈ। ਇਸ ਝਗੜੇ ਦੀ ਵੀਡੀਓ ਨੂੰ ਲੈ ਕੇ ਜਦੋਂ ਬਾਬਾ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਖਾਰਿਜ ਕੀਤਾ ਤੇ ਉਹਨਾਂ ਦਾ ਕਹਿਣਾ ਸੀ ਕਿ ਬੀਤੀ ਕੱਲ ਬਾਬਾ ਬੁੱਧ ਸਿੰਘ ਆਪਣੇ ਬੇਟੇ ਲੋਕਦੀਪ ਸਿੰਘ ਤੇ ਕੁਝ ਹੋਰ ਬੰਦਿਆਂ ਦੇ ਨਾਲ ਉਹਨਾਂ ਦੀ ਰਿਹਾਇਸ਼ ਤੇ ਪਹੁੰਚੇ,
ਜਦੋਂ ਅਸੀਂ ਉਹਨਾਂ ਨੂੰ ਬਾਹਰ ਮਿਲਣ ਲਈ ਆਉਂਦੇ ਤਾਂ ਬਾਬਾ ਬੁੱਧ ਸਿੰਘ ਨੇ ਗੱਲਬਾਤ ਦੌਰਾਨ ਗੁੱਸੇ ਵਿੱਚ ਆ ਕੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਹੱਥੋਂ ਪਾਈ ਕਰਨ ਲੱਗ ਪਏ। ਇਸ ਦੇ ਨਾਲ ਹੀ ਬਾਬਾ ਬੁੱਧ ਸਿੰਘ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ, ਇੱਥੋਂ ਤੱਕ ਕਿ ਉਹਨਾਂ ਦੇ ਉੱਤੇ ਕੁਰਸੀਆਂ ਵੀ ਵਰਾਈਆਂ ਗਈਆਂ। ਬਾਬਾ ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਪਿਛਲੇ 20 ਸਾਲਾਂ ਤੋਂ ਉਹਨਾਂ ਦੇ ਬਾਬਾ ਬੁੱਧ ਸਿੰਘ ਨਾਲ ਚੰਗੇ ਸਬੰਧ ਸਨ ਅਤੇ ਉਹਨਾਂ ਨੇ ਆਪਣੀ ਇਸ ਦੋਸਤੀ ਨੂੰ ਰਿਸ਼ਤੇਦਾਰੀ ਦੇ ਵਿੱਚ ਵੀ ਬਦਲਿਆ, ਪਰ ਰਿਸ਼ਤੇਦਾਰੀ ਦੇ ਵਿੱਚ ਕੋਈ ਛੋਟੇ-ਮੋਟੇ ਮਨਮੁਟਾਵ ਹੋ ਜਾਂਦੇ ਨੇ, ਉਹ ਮਿਲ ਕੇ ਬੈਠ ਕੇ ਹੱਲ ਵੀ ਕੀਤੇ ਜਾਂਦੇ ਨੇ। ਪਰ ਇਹ ਝਗੜਾ ਰਿਸ਼ਤੇਦਾਰੀ ਦੇ ਮਨਮੁਟਾਵ ਦੇ ਕਾਰਨ ਨਹੀਂ, ਬਲਕਿ ਇਸ ਦੇ ਪਿੱਛੇ ਦਾ ਕਾਰਨ ਬਾਬਾ ਸੰਪੂਰਨ ਸਿੰਘ ਮਲਕਪੁਰ ਧਾਰਮਿਕ ਸੰਪਰਦਾ ਦੀ ਚੜ੍ਹਦੀ ਕਲਾ ਹੈ, ਜੋ ਬਾਬਾ ਬੁੱਧ ਸਿੰਘ ਨੂੰ ਸਹਿਣ ਨਹੀਂ ਹੋ ਪਾਈ। ਅੱਜ ਬਾਬਾ ਬੁੱਧ ਸਿੰਘ ਜੋ ਕਿ ਸੰਤ ਬਾਬਾ ਹਜ਼ਾਰਾ ਸਿੰਘ ਦੇ ਪਾਵਨ ਸਥਾਨ ਦੇ ਮੁੱਖ ਸੇਵਾਦਾਰ ਨੇ ਗੁਰਦੁਆਰਾ ਅੰਗੀਠਾ ਸਾਹਿਬ ਦੇ, ਉਹ ਅੱਜ ਅਚਨਚੇਤ ਹੀ ਆਏ ਨੇ ਸਾਡੀ ਰਿਹਾਇਸ਼ ਤੇ ਪਹੁੰਚ ਕੇ ਨਾਲ 10 ਬੰਦੇ ਹੋਰ ਸੀਗੇ ਜੋ ਬਾਹਰ ਸਾਡੀ ਰਿਹਾਇਸ਼ ਦੇ ਗੇਟਾਂ ਤੇ ਬਾਹਰ ਰੁਕੇ ਨੇ। ਆਪ ਦੋਵੇਂ ਪਿਓ ਪੁੱਤ ਬਾਬਾ ਬੁੱਧ ਸਿੰਘ ਤੇ ਉਹਨਾਂ ਦਾ ਬੇਟਾ ਲੋਕਦੀਪ ਸਿੰਘ, ਉਹ ਦੋਵੇਂ ਜਾਣੇ ਰਿਹਾਇਸ਼ ਦੇ ਅੰਦਰ ਆਏ ਆ ਤੇ ਅੰਦਰ ਆ ਕੇ ਬਾਹਰ ਜੋ ਪਾਰਕ ਦੇ ਵਿੱਚ ਕੁਰਸੀਆਂ ਡੱਠੀਆਂ ਸੀ ਉੱਥੇ ਬੈਠ ਗਏ ਨੇ ਤੇ ਸੇਵਾਦਾਰਾਂ ਨੇ ਜਾ ਕੇ ਮੈਸੇਜ ਦਿੱਤਾ। ਜਦੋਂ ਮੈਂ ਤੇ ਬਾਬਾ ਸਰਵਣ ਸਿੰਘ ਅੰਦਰੋਂ ਬਾਹਰ ਆਏ ਆ ਤੇ ਅਜੇ ਕੁਰਸੀ ਤੇ ਮੇਰੇ ਬੈਠਣ ਤੋਂ ਪਹਿਲਾਂ ਹੀ ਗੰਦੀਆਂ ਗਾਲਾਂ ਕੱਢ ਕੇ ਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੈਨੂੰ ਮਾਰਨਾ ਵਾ ਔਰ ਤੈਨੂੰ ਖਤਮ ਕਰਨਾ ਵਾ, ਤੇ ਨਾਲ ਦੀ ਨਾਲ ਹੀ ਕਹਿ ਦਿੱਤਾ ਕਿ ਸਰਵਣ ਸਿੰਘ ਦੂਸਰੀ ਚੇਅਰ ਤੇ ਬੈਠੇ ਸੀ, ਆਂਦੇ ਛੱਡਣਾ ਇਹਨੂੰ ਵੀ ਨਹੀਂ, ਮਾਰਨਾ ਵਾ ਤੁਹਾਨੂੰ, ਜਿੱਥੇ ਭੱਜਣਾ ਵਾ ਉੱਥੇ ਭੱਜ ਲਓ, ਆਪਣਾ ਪ੍ਰਬੰਧ ਕਰ ਲਓ, ਤੁਹਾਨੂੰ ਮਾਰਨਾ। ਤੇ ਸੇਵਾਦਾਰ 15-20 ਅਸਥਾਨ ਦੇ ਅੰਦਰ ਮੌਜੂਦ ਸੀਗੇ ਔਰ ਉੱਠ ਕੇ ਜੋ ਸੀ ਉਹ ਬੁਰਸ਼ਾਗਰਦੀ ਕਰਨੀ ਸ਼ੁਰੂ ਕਰ ਦਿੱਤੀ। ਬਸ ਸਰਵਣ ਸਿੰਘ ਦੇ ਗੱਲ ਨੂੰ ਹੱਥ ਪਾਇਆ, ਮੇਰੇ ਨੂੰ ਕੁਰਸੀ ਮਾਰਨ ਦੀ ਕੋਸ਼ਿਸ਼ ਕੀਤੀ, ਸਾਨੂੰ ਭੜਕਾਟ ਵਿੱਚ ਲਿਆਉਣ ਦੇ ਪੂਰੇ ਯਤਨ ਕੀਤੇ। ਅਸੀਂ ਸੇਵਾਦਾਰਾਂ ਨੂੰ ਕਿਹਾ ਕਿ ਇਹਨਾਂ ਨੂੰ ਕੰਟਰੋਲ ਕਰਕੇ ਕੋਸ਼ਿਸ਼ ਕਰੋ ਕਿ ਪਿਛਾਂਹ ਕੀਤਾ ਜਾਵੇ। ਅਸੀਂ ਦੋਵੇਂ ਆਪਦੇ ਬਚਾਅ ਵਿੱਚ ਪਿੱਛੇ ਹੁੰਦੇ ਰਹੇ ਹਾਂ। ਉਹ ਦੋਵੇਂ ਪਿਓ ਪੁੱਤ ਸੀ ਜਿਹੜੇ, ਉਹ ਸਾਨੂੰ ਪੂਰਾ ਮਾਰਨ ਵਾਸਤੇ ਯਤਨ ਕਰਦੇ ਰਹੇ ਤੇ ਗਾਲਾਂ ਕੱਢਦਿਆਂ ਤੇ ਚੀਜ਼ਾਂ ਚਲਾ ਚੇਅਰ ਚੁੱਕ ਕੇ ਮਾਰਨੀਆਂ ਇੱਧਰ ਉੱਧਰ। ਬਹੁਤ ਜ਼ਿਆਦਾ ਉਹਨਾਂ ਨੇ, ਜੋ ਕਿ ਆਸ ਨਹੀਂ ਕੀਤੀ ਜਾ ਸਕਦੀ ਕਿ ਇੱਕ ਜ਼ਿੰਮੇਵਾਰ ਸੰਸਥਾ ਦੇ ਮੁਖੀ ਔਰ ਜਿਨ੍ਹਾਂ ਨੂੰ ਨਾਂ ਦੇ ਨਾਲ ਸੰਤ ਸ਼ਬਦ ਲੱਗਦਾ ਹੋਵੇ, ਉਹ ਬੰਦੇ ਕਿਸੇ ਦੇ ਘਰ ਆ ਕੇ ਤੇ ਅਜਿਹੀ ਬੁਰਸ਼ਾਗਰਦੀ ਗੁੰਡਾਗਰਦੀ ਕਰਨ, ਜਿਹਦੀ ਆਸ ਲੋਕ ਕਰਦੇ ਆ ਕਿ ਗੈਂਗਸਟਰ ਨਾਂ ਦੇ ਨਾਂ ਤੋਂ ਨਫ਼ਰਤ ਹੋਈ ਸੀ ਲੋਕਾਂ ਨੂੰ। ਖਾਲੀ ਹੱਥ ਸਨ ਕਿ ਕੋਈ ਅਸਲਾ ਜਾਂ ਕੋਈ ਹਥਿਆਰ? ਆਪ ਦੋਨੋਂ ਪਿਓ ਪੁੱਤ ਖਾਲੀ ਹੱਥ ਸੀ ਔਰ ਜਿੰਨੇ ਨਾਲ ਬੰਦੇ ਸੀ ਅਸਲਾ ਸੀ। ਜੋ ਪਿੱਛੇ ਬੰਦਾ ਗੇਟ 'ਚ ਖੜਿਆ ਸੀ ਉਹ ਵਾਰ-ਵਾਰ ਰਿਵਾਲਵਰ ਕੱਢ ਰਿਹਾ ਸੀ ਕਿ ਜਦੋਂ ਵੀ ਕੋਈ ਗੱਲ ਹੁੰਦੀ ਆ ਤੇ ਮੈਂ ਇਹਨਾਂ ਨੂੰ ਗੋਲੀ ਮਾਰ ਦਿਆਂ, ਜੋ ਬੰਦਾ ਉਹਨਾਂ ਦੇ ਨਾਲ ਸੀਗਾ। ਕਾਰਨ ਕੀ ਹੋ ਸਕਦਾ ਐਸੀ ਗੁੰਡਾਗਰਦੀ ਦਾ ਜਾਂ ਐਸਾ ਹਮਲਾ ਕਰਨ ਦਾ ਤੁਹਾਡਾ? ਇਹਦੇ ਕਾਰਨ ਤੇ ਮੇਰੀ ਵੀ ਸਮਝ 'ਚੋਂ ਬਾਹਰ ਆ। ਸਾਡੇ 20 ਸਾਲ ਦੇ ਪੁਰਾਣੇ ਜੋ ਸੀ ਬੜੇ ਪਿਆਰ ਦੇ ਰਿਸ਼ਤੇ ਸੀਗੇ ਤੇ ਇਹ ਰਿਸ਼ਤੇ ਸੀ ਜੋ ਉਹ ਰਿਸ਼ਤੇਦਾਰੀ ਵਿੱਚ ਵੀ ਬਦਲੇ ਤੇ ਅਚਨਚੇਤ ਮੈਨੂੰ ਅੱਜ ਤੋਂ 6 ਮਹੀਨੇ ਪਹਿਲਾਂ ਤੋਂ ਹੀ ਇਹ ਇਨਫੋਰਮੇਸ਼ਨਾਂ ਮਿਲਣੀਆਂ ਸ਼ੁਰੂ ਹੋ ਗਈਆਂ ਸੀ ਕਿ ਤੁਹਾਨੂੰ ਮਾਰਨ ਦੀਆਂ, ਤੁਹਾਡਾ ਜੋ ਹੈ ਕਤਲ ਕਰਨ ਦੀਆਂ ਉਹ ਯੋਜਨਾਵਾਂ ਬਣਾ ਰਹੇ, ਜਿਨ੍ਹਾਂ 'ਤੇ ਮੈਂ ਯਕੀਨ ਨਹੀਂ ਸੀ ਕਰਦਾ ਕਿ ਇੱਕ ਅਜਿਹੀ ਸਤਿਕਾਰਤ ਹਸਤੀ, ਇੱਕ ਪਾਵਨ ਸਥਾਨ ਦੇ ਮੁਖੀ ਅਜਿਹਾ ਕੰਮ ਨਹੀਂ ਕਰ ਸਕਦੇ ਕਿ ਲੋਕਾਂ ਦੀਆਂ ਅਫਵਾਹਾਂ ਨੇ ਜੋ ਉਹਨਾਂ ਨੇ ਅੱਜ ਸੱਚ ਕਰ ਦਿਖਾਈਆਂ ਹਨ। ਜੋ ਆ ਕੇ ਗੁੰਡਾਗਰਦੀ ਕੀਤੀ ਆ, ਜਿਸ ਤਰ੍ਹਾਂ ਸਾਨੂੰ ਮਾਰਨ ਦਾ ਯਤਨ ਕੀਤਾ ਔਰ ਕਹਿ ਕੇ ਗਿਆ ਗੇਟ ਦੇ ਵਿੱਚੋਂ ਜਾਂਦਿਆਂ ਕਿ ਆਪਦਾ ਭੱਜ ਲਓ, 2 ਜਾਂ 4 ਦਿਨ ਵਿੱਚ ਤੁਹਾਨੂੰ 2 ਜਾਣਿਆਂ ਨੂੰ ਮੈਂ ਖਤਮ ਕਰ ਦੂੰਗਾ। ਔਰ ਮੈਂ ਦੱਸਣਾ ਚਾਹੁੰਦਾ ਮੀਡੀਆ ਦੇ ਰਾਹੀਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾਂ ਕਿ ਮੈਨੂੰ, ਮੇਰੇ ਪਰਿਵਾਰ ਨੂੰ, ਬਾਬਾ ਸਰਵਣ ਸਿੰਘ ਨੂੰ, ਉਹਦੇ ਪਰਿਵਾਰ ਨੂੰ ਕਿਸੇ ਨਾਲ ਵੀ ਕੋਈ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਤੇ ਉਹਦਾ ਪੂਰੇ ਦਾ ਪੂਰਾ ਜ਼ਿੰਮੇਵਾਰ ਬਾਬਾ ਬੁੱਧ ਸਿੰਘ ਤੇ ਉਹਦਾ ਬੇਟਾ ਲੋਕਦੀਪ ਸਿੰਘ ਆ। ਇਹਨਾਂ ਦੇ ਗੈਂਗਸਟਰਾਂ ਦੇ ਨਾਲ ਸਬੰਧ ਨੇ, ਚੰਗੇ ਸਬੰਧ ਨੇ, ਇਹਨਾਂ ਦੇ ਨਿਕਟਵਰਦੀ ਜਿੰਦੇ ਗੁੰਡਾਗਰਦ ਲੋਕ ਨੇ ਔਰ ਇਹ ਕਿਸੇ ਟਾਈਮ ਵੀ ਆਪ ਬੈਕ ਤੇ ਰਹਿ ਕੇ ਸਾਨੂੰ ਮਰਵਾ ਸਕਦੇ ਆ।
ਤੇ ਸਾਡੀ ਜਾਨ ਨੂੰ ਖਤਰਾ। ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਸਾਡੀ ਜਾਨ ਮਾਲ ਦੀ ਰਾਖੀ ਕਰਨੀ ਔਰ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਨੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਔਰ ਪ੍ਰਸ਼ਾਸਨ ਕਰੂਗਾ, ਮੈਂ ਆਸ ਵੀ ਰੱਖਦਾ। ਉੱਥੇ ਦੂਜੇ ਪਾਸੇ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣ ਧਾਰਮਿਕ ਸੰਪਰਦਾ ਦੇ ਮੁਖੀ ਬਾਬਾ ਬੁੱਧ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਤੇ ਦੋਸ਼ਾਂ ਨੂੰ ਨਕਾਰਿਆ ਤੇ ਕਿਹਾ ਕਿ ਬਾਬਾ ਸੁਖਵਿੰਦਰ ਸਿੰਘ ਦੇ ਨਾਲ ਉਹਨਾਂ ਦੇ ਚੰਗੇ ਸਬੰਧ ਸਨ ਅਤੇ ਚੰਗੇ ਸਬੰਧਾਂ ਦੇ ਕਾਰਨ ਹੀ ਅਸੀਂ ਆਪਣੀ ਬੇਟੀ ਉਹਨਾਂ ਦੇ ਬੇਟੇ ਨਾਲ ਵਿਆਹੀ ਸੀ। ਇਹਨਾਂ ਦਾ ਪੁੱਤਰ ਵਿਦੇਸ਼ ਦੇ ਵਿੱਚ ਰਹਿੰਦਾ ਹੈ, ਬੇਟੀ ਵੀ ਉਸ ਦੇ ਨਾਲ ਹੀ ਰਹਿੰਦੀ ਸੀ, ਪਰ ਸੁਖਵਿੰਦਰ ਸਿੰਘ ਦੇ ਵੱਲੋਂ ਹਮੇਸ਼ਾ ਹੀ ਦਾਜ ਦੇ ਨਾਮ ਤੇ ਕੋਈ ਨਾ ਕੋਈ ਡਿਮਾਂਡ ਕੀਤੀ ਜਾਂਦੀ ਸੀ ਤੇ ਅਸੀਂ ਉਹ ਸਾਰੀਆਂ ਡਿਮਾਂਡਾਂ ਨੂੰ ਪੂਰੀਆਂ ਵੀ ਕੀਤਾ। ਪਰ ਪਿਛਲੇ ਕੁਝ ਮਹੀਨੇ ਤੋਂ ਸਾਡੀ ਬੇਟੀ ਤੰਗ ਹੋ ਕੇ ਸਾਡੇ ਕੋਲ ਆ ਗਈ ਤੇ ਅਸੀਂ ਇਸ ਮਸਲੇ ਨੂੰ ਲੈ ਕੇ ਹੀ ਮੈਂ ਆਪਣੇ ਬੇਟੇ ਦੇ ਨਾਲ ਨਿਹੱਥਾ ਉਹਨਾਂ ਦੇ ਕੋਲ ਗਿਆ ਸੀ, ਪਰ ਝਗੜਾ ਸਾਡੇ ਵੱਲੋਂ ਨਹੀਂ ਕੀਤਾ ਗਿਆ ਅਤੇ ਨਾ ਹੀ ਅਸੀਂ ਕੋਈ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਬਾਬਾ ਬੁੱਧ ਸਿੰਘ ਦੇ ਵੱਲੋਂ ਬਾਬਾ ਸੁਖਵਿੰਦਰ ਸਿੰਘ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਹੈ। ਜਿਹੜੀ ਇਹ ਗੱਲ ਉਹਨਾਂ ਨੇ ਕਹੀ ਹੈ ਕਿ ਸਾਡੇ ਤੇ ਜਾਨਲੇਵਾ ਹਮਲਾ ਕੀਤਾ, ਇਹਦੇ ਤੇ 0% ਵੀ ਕੋਈ ਸੱਚਾਈ ਨਹੀਂ ਹੈਗੀ। ਅਸਲ ਵਿੱਚ ਬਾਬਾ ਸੁਖਵਿੰਦਰ ਸਿੰਘ ਜਿਹੜੇ ਆ ਉਹਨਾਂ ਨਾਲ ਮੇਰਾ ਪਿਛਲੇ ਲਗਭਗ 20-22 ਸਾਲ ਤੋਂ ਬਹੁਤ ਪਿਆਰ ਆ, ਸਾਡੇ ਚੰਗੇ ਰਿਸ਼ਤੇ ਆ ਤੇ ਉਹਨਾਂ ਦੀ ਕੜੀ ਤਹਿਤ ਅੱਜ ਤੋਂ 3 ਸਾਲ ਪਹਿਲਾਂ ਮੈਂ ਆਪਣੀ ਬੇਟੀ ਜਿਹੜੀ ਆ ਉਹ ਸੁਖਵਿੰਦਰ ਸਿੰਘ ਦੇ ਬੇਟੇ ਵੱਲ ਵਿਆਹੀ ਆ। ਲੇਕਿਨ ਜਦੋਂ ਬੇਟੀ ਵਿਆਹੀ ਗਈ ਤੇ ਸੁਖਵਿੰਦਰ ਸਿੰਘ ਨੇ ਇਸ ਕਰਕੇ ਰਿਸ਼ਤਾ ਕੀਤਾ ਕਿ ਸ਼ਾਇਦ ਬਾਬਾ ਬੁੱਧ ਸਿੰਘ ਬੜਾ ਸਰਮਾਏਦਾਰ ਬੰਦਾ ਤੇ ਸਾਨੂੰ ਬਹੁਤ ਧਨ ਦੌਲਤ ਦੇਵੇਗਾ। ਲੇਕਿਨ ਮੈਂ ਇੱਕ ਕਿਰਤੀ ਬੰਦਾ ਜਿਹੜਾ ਕਿ ਮੈਂ ਉਹਨਾਂ ਦੀਆਂ ਆਸਾਂ ਤੇ ਸ਼ਾਇਦ ਪੂਰਾ ਨਹੀਂ ਉਤਰਿਆ। ਉਹਨਾਂ ਨੇ ਬੇਟੀ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਦਾਜ ਵਾਸਤੇ, ਜਿਹੜਾ ਕਿ ਮੈਂ ਆਪਣੇ ਵਿੱਤ ਮੁਤਾਬਕ ਸਮੇਂ-ਸਮੇਂ ਤੇ ਉਹਨਾਂ ਨੂੰ ਪੈਸੇ ਜਿਹੜੇ ਆ ਉਹ ਦਿੰਦਾ ਰਿਹਾ। ਲੇਕਿਨ ਜਿਉਂ-ਜਿਉਂ ਪੈਸੇ ਦਿੱਤੇ ਤਿਉਂ-ਤਿਉਂ ਉਹਨਾਂ ਦਾ ਲਾਲਚ ਜਿਹੜਾ ਜ਼ਿਆਦਾ ਵੱਡਾ ਹੁੰਦਾ ਗਿਆ ਤੇ ਬੇਟੀ ਨੂੰ ਪਰੇਸ਼ਾਨ ਕਰਨਾ ਕਿ ਜਦੋਂ ਅਸੀਂ ਇਹਨੂੰ ਪਰੇਸ਼ਾਨ ਕਰਦੇ ਹਾਂ ਤਿਉਂ ਹੀ ਉਹ ਆਪਣੀ ਬੇਟੀ ਨੂੰ ਵਸਾਉਣ ਵਾਸਤੇ ਪੈਸੇ ਪਾ ਦਿੰਦੇ ਆ। ਹੁਣ ਵੀ ਅਸੀਂ ਪਿਛਲੇ ਸਮੇਂ ਵਿੱਚ ਉਹਨਾਂ ਨੂੰ ਪੈਸੇ ਭੇਜੇ ਸੀਗੇ ਬਾਹਰ ਵਿਦੇਸ਼ ਵਿੱਚ ਤੇ ਜਦੋਂ ਹੀ ਪੈਸੇ ਉਹਨਾਂ ਨੂੰ ਮਿਲੇ ਤਾਂ ਉਸੇ ਵੇਲੇ ਬੇਟੀ ਦੀ ਟਿਕਟ ਕਰਾ ਕੇ ਉਹਨਾਂ ਨੂੰ ਇੱਥੋਂ ਭੇਜਤਾ ਕਿ ਜਾ ਕੇ ਪੈਸੇ ਲੈ ਕੇ ਆਓ। ਅਸੀਂ ਅੱਜ ਦੋਵੇਂ ਪਿਓ ਪੁੱਤ ਉਹਨਾਂ ਦੇ ਘਰ ਗਏ ਸੀਗੇ। ਸਾਡੇ ਕੋਲ ਕੋਈ ਵੀ ਮਾਰੂ ਹਥਿਆਰ ਨਹੀਂ ਸੀਗਾ ਜਿਹੜਾ ਉਹ ਇਲਜ਼ਾਮ ਲਾ ਰਹੇ ਆ। ਅਸੀਂ ਜਾ ਕੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਕਿ ਸਾਡਾ ਰਿਸ਼ਤੇਦਾਰੀ ਦਾ ਮਸਲਾ ਵਾ ਤੇ ਇਦਾਂ ਅਸੀਂ ਇੰਨਾ ਵੱਡਾ ਤੁਹਾਡਾ ਲਾਲਚ ਪੂਰਾ ਨਹੀਂ ਕਰ ਸਕਦੇ ਹੈਗੇ ਤੇ ਕੋਈ ਬੈਠ ਕੇ ਗੱਲ ਕਰ ਲਈ ਜੇ। ਲੇਕਿਨ ਅਸੀਂ ਦੋਏ ਸਾਂ, ਉਹਨਾਂ ਨੇ ਕਾਫੀ ਉੱਥੇ ਬੰਦੇ ਵੀ ਸੱਦੇ ਸੀਗੇ ਜਾਂ ਪਹਿਲੋਂ ਹੀ ਆਏ ਹੋਣਗੇ ਤੇ ਉਸ ਤੋਂ ਇਲਾਵਾ ਸਰਮਨ ਸਿੰਘ ਤੇ ਸੁਖਵਿੰਦਰ ਸਿੰਘ ਉੱਥੇ ਸੀਗੇ। ਇੱਕ ਧੀ ਵਾਲਾ ਜਿਹੜਾ ਵਾ ਉਹ ਕਦੀ ਵੀ ਕੋਈ ਇਦਾਂ ਦਾ ਫੈਸਲਾ ਨਹੀਂ ਲੈ ਸਕਦਾ ਹੈਗਾ ਕਿ ਕੋਈ ਉਹ ਕਿਸੇ ਨੂੰ ਮਾਰਨਾ ਚਾਹੇ, ਉਹਨੇ ਤਾਂ ਆਪਣੇ ਧੀ ਦਾ ਘਰ ਵਸਾਉਣਾ ਹੈ। ਲੇਕਿਨ ਜਦੋਂ ਅਸੀਂ ਗਏ ਉਹਨਾਂ ਨੂੰ ਪੁੱਛਿਆ ਤੇ ਉਹ ਤੈਸ਼ ਵਿੱਚ ਆ ਗਏ ਤੇ ਸਾਨੂੰ ਬਹੁਤ ਵੱਧ ਘੱਟ ਬੋਲਣਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਉਹਨਾਂ ਨੇ ਇੱਕ ਮੁੰਡੇ ਨੂੰ ਕਿਹਾ ਕਿ ਇੱਕ ਇਹਨਾਂ ਦੀ ਗੱਲ ਜਿਹੜੀ ਘਰ ਆਏ ਆ ਇਹਦਾ ਪ੍ਰੂਫ ਰੱਖਣ ਲਈ ਇੱਕ ਕੈਮਰੇ ਦੇ ਵਿੱਚ ਮੂਵੀ ਬਣਾਓ। ਮੈਂ ਕਿਹਾ ਮੂਵੀ ਬਣਾਉਣ ਦੀ ਕੀ ਲੋੜ ਆ, ਅਸੀਂ ਤੇ ਆਏ ਆ ਤੁਹਾਡੇ ਘਰ, ਇਹਦੇ 'ਚ ਕੋਈ ਦੋ ਰਹਿਵਾਂ ਨਹੀਂ। ਕਿਸੇ ਨੂੰ ਨਾਲ ਲੈ ਕੇ ਇਹਨੇ ਆਏ ਕਿ ਸਾਡੀ ਗੱਲ ਢੱਕੀ ਰਹੇ, ਕੋਈ ਪੰਚਾਇਤ ਨਹੀਂ ਪੜ੍ਹਿਆ ਨਹੀਂ ਜਾਂਦੀ, ਅਸੀਂ ਤੇ ਦੋਵੇਂ ਪਿਓ ਪੁੱਤ ਆਏ ਆ ਗੱਲ ਕਰ। ਲੇਕਿਨ ਉਹ ਆਪਣੇ ਹੰਕਾਰ ਦੇ ਵਿੱਚ ਬਹੁਤ ਵੱਧ ਘੱਟ ਬੋਲਦੇ ਰਹੇ ਜਿਹਦੇ ਵਿੱਚ ਸਾਡੀ ਤੈਸ਼ ਵਿੱਚ ਆਈ ਤੇ ਜਿਹੜੇ ਉੱਥੇ ਬੰਦੇ ਸੀ ਉਹਨਾਂ ਸਾਨੂੰ ਧੱਕੇ ਮਾਰ ਕੇ ਉੱਥੋਂ ਬਾਹਰ ਕੱਢ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਪਹਿਲਾਂ ਵੀ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਅੱਜ ਵੀ ਧਮਕੀਆਂ ਦੇ ਕੇ ਨੇ ਸਾਨੂੰ ਇਹਨਾਂ ਕੋਲੋਂ ਖਤਰਾ ਹੈ ਆਪਣੀ ਜਾਨ ਦਾ। ਅਸੀਂ ਕਦੇ ਵੀ ਕੋਈ ਬੰਦਾ ਆਪਣੀ ਜਵਾਈ ਨੂੰ ਜਾਂ ਜਿੱਥੇ ਧੀ ਦਾ ਘਰ ਆ ਉੱਥੇ ਕਿਤੇ ਜਾਨੋਂ ਮਾਰਨ ਦੀ ਕੋਈ ਧਮਕੀ ਦੇ ਸਕਦਾ ਹੈਗਾ ਤੇ ਜੇ ਕੋਈ ਧਮਕੀ ਦਿੱਤੀ ਤੇ ਫਿਰ ਉਹਦਾ ਕੋਈ ਕਿਉਂ ਨਹੀਂ ਇਹਨਾਂ ਨੇ ਉਹਦਾ ਐਕਸ਼ਨ ਲਿਆ ਹੈਗਾ, ਕਿਉਂ ਨਹੀਂ ਕੋਈ ਜ਼ਿਕਰ ਕੀਤਾ ਹੈਗਾ। ਬਿਲਕੁਲ ਇਹ ਉਹਨਾਂ ਦੀ 0% ਵੀ ਇਸ ਗੱਲ ਵਿੱਚ ਕੋਈ ਵੀ ਸੱਚਾਈ ਨਹੀਂ ਕਿ ਅਸੀਂ ਕਦੀ ਪਹਿਲੋਂ ਉਹਨਾਂ ਨੂੰ ਧਮਕੀ ਦਿੱਤੀ ਆ ਜਾਂ ਅੱਜ ਧਮਕੀ ਦਿੱਤੀ। ਉਹਨਾਂ ਦਾ ਕਹਿਣਾ ਕਿ ਸਾਡਾ ਕੋਈ ਪਰਿਵਾਰਿਕ ਡਿਸਪਿਊਟ ਨਹੀਂ ਹੈਗਾ, ਸਿਰਫ ਇਹ ਗੁਰਦੁਆਰਾ ਸਾਹਿਬ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਹੀ ਸਾਡੇ ਤੇ ਇਸ ਤਰ੍ਹਾਂ ਦਾ ਅਟੈਕ ਕਰ ਰਹੇ ਆ। ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਬਹੁਤ ਸਾਰੇ ਗੁਰਦੁਆਰੇ ਆ। ਮੇਰੇ ਗਵਾਂਢ ਵਿੱਚ ਗੁਰਦੁਆਰਾ ਤਪਸਤਾਨ ਆ ਸੰਤ ਬਾਬਾ ਹਜ਼ਾਰਾ ਸਿੰਘ ਜੀ ਦਾ, ਬਾਬਾ ਅਮਰੀਕ ਸਿੰਘ ਉੱਥੇ ਸੇਵਾ ਕਰਵਾ ਰਹੇ ਆ, ਮੇਰਾ ਕੋਈ ਡਿਸਪਿਊਟ ਨਹੀਂ। ਹੋਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬੜੀ ਚੜ੍ਹਦੀ ਕਲਾ ਦੇ ਗੁਰਦੁਆਰੇ ਆ। ਇੱਥੇ ਸੰਤ ਅਵਤਾਰ ਸਿੰਘ ਜੀ ਛੱਕ ਵਾਲੇ ਆ, ਉਹਨਾਂ ਦੀ ਬੜੀ ਵੱਡੀ ਗੁਰਦੁਆਰੇ ਦੀ ਬਿਲਡਿੰਗ ਬਣੀ ਆ। ਇਸ ਕਰਕੇ ਇਹ ਤਾਂ ਕੋਈ ਲੌਜਿਕ ਦੀ ਗੱਲ ਨਹੀਂ ਕਿ ਗੁਰਦੁਆਰਾ ਸੋਹਣਾ ਬਣ ਗਿਆ ਤੇ ਕਿਸੇ ਬੰਦੇ ਨੂੰ ਉਹਦੇ ਨਾਲ ਕੋਈ ਐਲਰਜੀ ਆ। ਗੁਰਦੁਆਰੇ ਤੇ ਬਣਨੇ ਆ। ਉਸ ਤੋਂ ਇਲਾਵਾ
ਜਿਹੜਾ ਉਹਨਾਂ ਗੁਰਦੁਆਰਾ ਬਣਾਇਆ ਉਹ ਆਪਣੀ ਨਿੱਜੀ ਜਾਇਦਾਦ ਵਿੱਚ ਬਣਾਇਆ, ਉਹਨਾਂ ਨੇ ਆਪ ਬਣਾਇਆ ਹੈਗਾ, ਉਹਦਾ ਕਿਸੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ ਗੁਰਦੁਆਰੇ ਨਾਲ। ਤੁਹਾਡੇ ਨਾਲ ਜੋ ਕੁਝ ਅੱਜ ਉੱਥੇ ਵਾਪਰਿਆ, ਤੁਸੀਂ ਕੋਈ ਕੰਪਲੇਂਟ ਕੀਤੀ? ਅਸੀਂ ਸਲਾਹ ਲੈ ਰਹੇ ਹਾਂ ਆਪਣੇ ਜਿਹੜੇ ਲਾਹੌਰ ਆ ਉਹਨਾਂ ਨਾਲ ਸਲਾਹ ਕਰਕੇ ਅਸੀਂ ਅੱਜ ਐਪਲੀਕੇਸ਼ਨ ਦੇ ਰਹੇ। ਇੱਕ ਹੋਰ ਉਹਨਾਂ ਨੇ ਤੁਹਾਡੇ ਰੋਕ ਲਗਾਇਆ ਕਿ ਗੈਂਗਸਟਰਾਂ ਨਾਲ ਇਹਨਾਂ ਦਾ ਤਾਲੁਕ ਹੈ। ਇਹ ਜਿਹੜਾ ਲਾਇਆ ਹੈਗਾ ਇਹਦੇ ਸੰਬੰਧ ਵਿੱਚ ਮੈਂ ਸਮਝਦਾ ਕਿ ਪੁਲਿਸ ਨੂੰ ਸਖਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਕਿਸੇ ਗੱਲ ਤੋਂ ਪਹਿਲਾਂ ਕੰਟਰੋਲ ਕਰਨਾ ਚਾਹੀਦਾ ਤੇ ਬਾਬਾ ਸੁਖਵਿੰਦਰ ਸਿੰਘ ਨੂੰ ਸਖਤੀ ਨਾਲ ਪੁੱਛਣਾ ਚਾਹੀਦਾ ਕਿ ਇਹ ਗੱਲ ਸਾਹਮਣੇ ਲਿਆਂਦੀ ਜਾਏ। ਇਹ ਤੇ ਬੜਾ ਵੱਡਾ ਕ੍ਰਾਈਮ ਆ ਕਿ ਬਾਬਾ ਬੋਧ ਸਿੰਘ ਦੇ ਗੈਂਗਸਟਰਾਂ ਨਾਲ ਸੰਬੰਧ ਹੈ। ਅਸੀਂ ਉਹਦੇ ਉੱਤੇ ਤੁਰੰਤ ਜਿਹੜੀ ਆ ਵਿਭਾਗੀ ਕਾਰਵਾਈ ਕਰੀਏ ਤੇ ਉਹਨੂੰ ਜੇਲ੍ਹ ਵਿੱਚ ਡੱਕੀਏ। ਇਹਦੇ ਲਈ ਸਾਨੂੰ ਪੁਖਤਾ ਸਬੂਤ ਜਿਹੜੇ ਆ ਪੁਲਿਸ ਨੂੰ ਬਾਬਾ ਸੁਖਵਿੰਦਰ ਸਿੰਘ ਜੀ ਕੋਲ ਲੈਣੇ ਚਾਹੀਦੇ। ਉੱਥੇ ਹੀ ਥਾਣਾ ਮੁਖੀ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਵੀਡੀਓ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਸ ਵੀਡੀਓ ਨੂੰ ਖੰਗਾਲਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਦੋਵੇਂ ਧਿਰਾਂ ਦੀਆਂ ਸ਼ਿਕਾਇਤਾਂ ਦਰਜ ਕਰ ਲਈਆਂ ਗਈਆਂ ਨੇ, ਜਿਸ ਤਫਤੀਸ਼ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੇਖੋ ਜੀ, ਸਾਨੂੰ ਫੋਨ ਤੇ ਮੈਨੂੰ ਪਤਾ ਲੱਗਾ ਸੀ ਕੰਟਰੋਲ ਰੂਮ ਤੋਂ ਕਿ ਇੱਥੇ ਬਾਬਾ ਬੋਧ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਤੇ ਉਹ ਇੱਥੇ ਆਏ ਸੀ, ਉਹ ਇੱਥੇ ਕੋਈ ਝਗੜਾ ਕਰਕੇ ਗਏ ਨੇ। ਉਹਦੇ ਸੰਬੰਧ ਵਿੱਚ ਮੈਂ ਇੱਥੇ ਆਇਆ ਸੀ। ਬਾਬਾ ਜੀ ਹੋਰਾਂ ਨਾਲ ਮੇਰੀ ਗੱਲ ਹੋਈ ਆ ਤੇ ਮਸਲਾ ਇਹਨਾਂ ਦਾ ਕੋਈ ਥੋੜਾ ਜਿਹਾ ਇਹ ਆ ਵੀ ਲੜਕੀ ਬਾਬਾ ਜੀ ਦੀ ਇਹਨਾਂ ਦੇ ਬੇਟੇ ਨੂੰ ਵਿਆਹੀ ਹੋਈ ਆ, ਉਹਦੇ ਕਰਕੇ ਛੋਟੀ ਮੋਟੀ ਟਸਲਬਾਜ਼ੀ ਚੱਲ ਵੀ ਰਹੀ ਆ ਤੇ ਜਿਹਦੇ ਕਰਕੇ ਉਹਨਾਂ ਨੇ ਇੱਥੇ ਆ ਕੇ ਕੋਈ ਇਹਨਾਂ ਨਾਲ ਬਦਤਮੀਜ਼ੀ ਕੀਤੀ ਹੈ। ਜੋ ਇਹਨਾਂ ਨੇ ਮੈਨੂੰ ਫੁਟੇਜ ਦਿੱਤੀਆਂ ਨੇ, ਹਾਲੇ ਰਿਟਨ ਕੰਪਲੇਂਟ ਤਾਂ ਇਹਨਾਂ ਨੇ ਸਾਨੂੰ ਨਹੀਂ ਦਿੱਤੀ ਤੇ ਬਾਕੀ ਜੋ ਸਾਨੂੰ ਰਿਟਨ ਕੰਪਲੇਂਟ ਦੇਣਗੇ ਉਹਦੇ ਮੁਤਾਬਕ ਜੋ ਕਾਰਵਾਈ ਬਣਦੀ ਹੋਏਗੀ ਅਸੀਂ ਕਰਾਂਗੇ। ਕੋਈ ਨੁਕਸਾਨ ਸਰ, ਕੋਈ ਨੁਕਸਾਨ ਹੋਇਆ ਸੁਭਾ ਜੀ? ਨਹੀਂ, ਨੁਕਸਾਨ ਕੋਈ ਨਹੀਂ ਹੋਇਆ। ਵੈਸੇ ਇੱਕ ਦੂਸਰੇ ਨਾਲ ਜਿਸ ਤਰ੍ਹਾਂ ਗੱਲਾਂ ਬਾਤਾਂ 'ਚ ਗਾਲੋ ਗਾਲੀ ਬੰਦਾ ਹੁੰਦਾ ਆਮ, ਉਸ ਤਰ੍ਹਾਂ ਹੀ ਹੋਇਆ। ਕੋਈ ਨੁਕਸਾਨ ਵਾਲੀ ਤੇ ਕੋਈ ਗੱਲ ਨਹੀਂ। ਬਾਬਾ ਜੀ ਪਹੁੰਚੇ ਜੀ ਹੋਰ ਵੀ ਨਾਲ ਲੋਕਾਂ ਬਾਕੀ ਜ਼ਿਕਰ ਇਹ ਖਾਸ ਹੈ ਕਿ ਕਿਤੇ ਇੱਕ ਧਿਰ ਦੂਜੀ ਧਿਰ ਤੇ ਦਾਜ ਮੰਗਣ ਦੇ ਇਲਜ਼ਾਮ ਲਗਾ ਰਹੀ ਹੈ ਤੇ ਕਿਤੇ ਕੋਈ ਕਹਿ ਰਿਹਾ ਹੈ ਕਿ ਇਹਨਾਂ ਦੇ ਗੈਂਗਸਟਰਾਂ ਨਾਲ ਸੰਬੰਧ ਨੇ। ਇਹ ਖਬਰ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦਾ ਸਾਡਾ ਫਰਜ਼ ਸੀ, ਕਿਉਂਕਿ ਇਹ ਖਬਰ ਤੇ ਵੀਡੀਓ ਦੇਖ ਕੇ ਦਰਸ਼ਕ ਆਪ ਹੀ ਨਤੀਜਾ ਕੱਢ ਲੈਣ ਕਿ ਜਿਹੜੇ ਧਾਰਮਿਕ ਸੰਪਰਦਾਵਾਂ ਦੇ ਮੁਖੀ ਸਟੇਜਾਂ ਤੇ ਚੜ੍ਹ ਕੇ ਲੋਕਾਂ ਨੂੰ ਸੁਨੇਹੇ ਦਿੰਦੇ ਨੇ, ਉਹ ਆਪ ਉਹਨਾਂ ਸੁਨੇਹਿਆਂ ਦੇ ਵਿੱਚ ਕਿੰਨੇ ਕੁ ਪੂਰੇ ਨੇ। ਫੈਸਲਾ ਹੁਣ ਤੁਸੀਂ ਕਰਨਾ ਹੈ। ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ, ਹਮਦਰਦ ਟੀਵੀ।